Hello, good morning, students. Today we will do the chapter, or we can say small chapter, the last bargain. ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿ ਬਾਰਗੇਨਿੰਗ ਹੁੰਦੀ ਕੀ ਹੈ। ਠੀਕ ਹੈ ਬੱਚੇ, ਜਦੋਂ ਆਪਾਂ ਸਪੋਜ਼ ਕਰੋ ਕੋਈ ਚੀਜ਼ ਖਰੀਦਣ ਜਾਂਦੇ ਹਾਂ ਹੈ ਨਾ, ਉਦੋਂ ਆਪਾਂ ਦੁਕਾਨਦਾਰ ਨੂੰ ਕਹਿੰਦੇ ਹਾਂ, ਸਪੋਜ਼ ਕਰੋ ਉਸਨੇ ਆਪਾਂ ਨੂੰ ਕਿਹਾ ਕਿ ਇਹ ਕੋਈ ਫੋਰ ਐਗਜ਼ਾਮਪਲ ਆਪਾਂ ਪੈੱਨ ਲੈ ਰਹੇ ਹਾਂ, ਪੈੱਨ ਖਰੀਦ ਰਹੇ ਹਾਂ ਹੈ ਨਾ ਦੁਕਾਨਦਾਰ ਤੋਂ, ਦੁਕਾਨਦਾਰ ਨੇ ਕਿਹਾ ਕਿ ਇਹ 9 ਰੁਪੀਜ਼ ਦਾ ਜਾਂ 10 ਰੁਪੀਜ਼ ਦਾ। ਆਪਾਂ ਉਸ ਨੂੰ ਕਿਹਾ ਕਿ ਥੋੜ੍ਹਾ ਘੱਟ ਕਰ ਲਓ ਹੈ ਨਾ, ਮਤਲਬ ਉਸ ਨੇ ਕਹਿਣਾ ਕਿ ਉਨੇ ਦਾ ਹੀ ਲੱਗੂਗਾ, ਆਪਾਂ ਨੇ ਕਹਿਣਾ ਥੋੜ੍ਹਾ ਘੱਟ ਕਰ ਲਓ ਹੈ ਨਾ। ਇਹ ਚੀਜ਼ ਨੂੰ ਕੀ ਕਹਿੰਦੇ ਨੇ, ਇਸ ਨੂੰ ਆਪਾਂ ਕਹਿੰਦੇ ਹਾਂ ਬਾਰਗੇਨਿੰਗ। ਠੀਕ ਹੈ, ਇਹ ਸੀਗਾ ਆਪਣੀ ਬਾਰਗੇਨਿੰਗ ਦਾ ਮੀਨਿੰਗ। ਹੁਣ ਆਪਾਂ ਚੈਪਟਰ ਸਟਾਰਟ ਕਰਦੇ ਹਾਂ। ਇਹ ਜਿਹੜਾ ਬੱਚੇ ਛੋਟਾ ਜਿਹਾ ਮਤਲਬ ਲੈਸਨ ਹੀ ਮੰਨੋ ਹੈ ਨਾ ਇਸ ਚੀਜ਼ ਨੂੰ। ਇਹ ਕਿਹਦੇ ਦੁਆਰਾ ਰਾਈਟ ਕੀਤਾ ਗਿਆ ਕੁਐਸਚਨ, ਇਹ ਰਵਿੰਦਰ ਨਾਥ ਟੈਗੋਰ, ਆਪਣੇ ਬਹੁਤ ਵੱਡੇ ਪੋਇਟ ਸੀ ਆਪਣੇ ਇੰਡੀਆ ਦੇ। ਠੀਕ ਹੈ, ਅਤੇ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ, ਇਹ ਭੁੱਲਣਾ ਨਹੀਂ ਹੈਗਾ ਕਿਸੇ ਨੇ ਕਿ ਕਿਹਦੇ ਦੁਆਰਾ ਰਿਟਨ ਹੈ। ਠੀਕ ਹੈ, ਇਹ ਪੋਰਸ਼ਨ ਹੈ ਜਿਹੜਾ। ਹੁਣ ਆਪਾਂ ਸਟਾਰਟ ਕਰਦੇ ਹਾਂ। ਇਹ ਚੈਪਟਰ ਦੇ ਵਿੱਚ ਤੁਹਾਨੂੰ ਮੈਂ ਮੋਟਾ ਮੋਟਾ ਦੱਸ ਦਿੰਦਾ ਗਾ। ਫਸਟ ਮਤਲਬ ਇੱਕ ਪਰਸਨ ਹੈ, ਠੀਕ ਹੈ, ਜੋ ਕਿ ਆਪਣੇ ਆਪ ਨੂੰ ਬਾਰਗੇਨਿੰਗ ਦੇ ਤੌਰ 'ਤੇ ਹੈ ਨਾ ਕਦੇ ਕਿਸੇ ਕੋਲ ਲੈ ਕੇ ਜਾਂਦਾ, ਕਦੇ ਕਿਸੇ ਕੋਲ, ਕਿ ਹਾਂ ਉਹਨੇ ਆਪਣੀ ਲਾਈਫ ਪੂਰੀ ਉਸ ਬੰਦੇ ਨਾਲ ਸਪੈਂਡ ਕਰਨੀ ਹੈ ਜੋ ਕਿ ਉਸ ਨਾਲ ਵਧੀਆ ਬਾਰਗੇਨਿੰਗ ਕਰੂਗਾ। ਠੀਕ ਹੈ, ਸਭ ਤੋਂ ਪਹਿਲਾਂ ਇੱਕ ਕਿੰਗ ਕੋਲ ਜਾਂਦੇ ਨੇ। ਉਹ ਇੱਕ ਪਰਸਨ ਹੈ ਜਿਹੜਾ ਮਤਲਬ ਪੋਇਟ ਆਪਣਾ ਰਵਿੰਦਰ ਨਾਥ ਟੈਗੋਰ। ਸਭ ਤੋਂ ਪਹਿਲਾਂ ਇੱਕ ਕਿੰਗ ਕੋਲ ਜਾਂਦੇ ਨੇ, ਫਿਰ ਇੱਕ ਓਲਡ ਮੈਨ ਕੋਲ ਜਾਂਦੇ ਨੇ। ਠੀਕ ਹੈ, ਉਸ ਤੋਂ ਬਾਅਦ ਇੱਕ ਮੇਡ ਹੁੰਦੀ ਹੈ, ਠੀਕ ਹੈ, ਕੰਮ ਵਾਲੀ, ਅਤੇ ਉਸ ਤੋਂ ਬਾਅਦ ਅਖੀਰ 'ਤੇ ਹੋ ਜਾਂਦੇ ਨੇ ਬੱਚੇ ਕੋਲ। ਸੋ ਕਿੱਦਾਂ ਬਾਰਗੇਨਿੰਗ ਹੁੰਦੀ ਹੈ। ਠੀਕ ਹੈ, ਆਪਾਂ ਪੜ੍ਹਦੇ ਹਾਂ। ਅ ਬਾਰਗੇਨ ਇਜ਼ ਐਨ ਐਗਰੀਮੈਂਟ ਇਨ ਵਿਚ ਬੋਥ ਪਾਰਟੀਜ਼ ਪ੍ਰੋਮਿਸ ਟੂ ਡੂ ਸਮਥਿੰਗ ਫॉर ਈਚ ਅਦਰ। ਮਤਲਬ ਕਿ ਸਮਝੌਤਾ ਹੁੰਦਾ ਬਾਰਗੇਨਿੰਗ ਦੇ ਵਿੱਚ। ਠੀਕ ਹੈ, ਜਿੱਦਾਂ ਕਿ ਦੋਨੋਂ ਪਾਰਟੀਜ਼ ਜਿਨ੍ਹਾਂ ਦੇ ਵਿਚਾਲੇ ਬਾਰਗੇਨਿੰਗ ਹੁੰਦੀ ਹੈ, ਦੋਨੋਂ ਇੱਕ ਦੂਜੇ ਲਈ ਕੁਛ ਨਾ ਕੁਛ ਕਰਦੇ ਨੇ। ਠੀਕ ਹੈ, ਤਾਂ ਉਸ ਨੂੰ ਆਪਾਂ ਕਹਾਂਗੇ ਬਾਰਗੇਨਿੰਗ। ਸਮਵਨ ਇਜ਼ ਲੁਕਿੰਗ ਫॉर ਵਰਕ ਵੇਟਿੰਗ ਟੂ ਬੀ ਹਾਇਰਡ। ਕੋਈ ਬੰਦਾ ਜਿਹੜਾ ਕੰਮ ਲੱਭ ਰਿਹਾ, ਠੀਕ ਹੈ, ਆਪਣੇ ਆਪ ਨੂੰ ਹਾਇਰ ਕਰਨ ਵਾਸਤੇ, ਮਤਲਬ ਕਿ ਉਹ ਹਾਇਰ ਹੋ ਜਾਊਗਾ ਅਤੇ ਉਹ ਕੰਮ ਚਾਹੀਦਾ ਉਹਨੂੰ ਆਪਣੀ ਰੋਟੀ ਕਮਾਉਣ ਦੇ ਲਈ। ਹੀ ਸਟਰਾਈਕਸ ਅ ਬਾਰਗੇਨ ਬਟ ਥਿੰਕਸ ਇਟ ਵਰਥਲੈਸ। ਉਸ ਨੂੰ ਬਾਰਗੇਨਿੰਗ ਲਈ ਆਫਰ ਤਾਂ ਆਏ, ਬਟ ਉਹਨੂੰ ਉਹ ਜਚੇ ਨਹੀਂ। ਠੀਕ ਹੈ, ਆਪਾਂ ਕਹਿ ਸਕਦੇ ਹਾਂ ਉਸ ਨੂੰ ਵਰਥ ਹੀ ਨਹੀਂ ਲੱਗੇ। ਠੀਕ ਹੈ, ਉਸ ਨੂੰ ਲੱਗਿਆ ਉਸ ਦੀ ਕੀਮਤ ਸਹੀ ਨਹੀਂ ਹੈ ਉਸ ਦੇ ਮੁਤਾਬਿਕ। ਹੀ ਟਰਾਈਜ਼ ਟਵਾਈਸ ਅਗੇਨ ਬਟ ਡਜ਼ਨਟ ਲਾਈਕ ਈਦਰ। ਉਸਨੇ ਇੱਕ ਵਾਰ ਫਿਰ ਟਰਾਈ ਕੀਤਾ ਅਤੇ ਉਸਨੂੰ ਫਿਰ ਉਹ ਬਾਰਗੇਨਿੰਗ ਪਸੰਦ ਨਹੀਂ ਆਈ। ਫਾਈਨਲੀ ਇਨ ਦਾ ਲਾਸਟ ਬਾਰਗੇਨ ਵੈਨ ਹੀ ਇਜ਼ ਹਾਇਰਡ ਫॉर ਨਥਿੰਗ ਵਟ ਐਵਰ ਹੀ ਇਜ਼ ਹੈਪੀ ਐਜ਼ ਨੈਵਰ ਬਿਫੋਰ। ਅਤੇ ਐਂਡ ਦੇ ਵਿੱਚ ਜਾ ਕੇ ਉਸ ਨੂੰ ਬਾਰਗੇਨਿੰਗ ਦੇ ਵਿੱਚ ਕੁਛ ਵੀ ਨਹੀਂ ਮਿਲਦਾ। ਠੀਕ ਹੈ, ਬਟ ਫਿਰ ਵੀ ਉਹ ਜ਼ਿਆਦਾ ਖੁਸ਼ ਸੀ ਪਹਿਲਾਂ ਦੇ ਨਾਲੋਂ। ਵਟ ਇਜ਼ ਦਾ ਬਾਰਗੇਨ ਐਂਡ ਵਾਈ ਇਜ਼ ਇਟ ਦਾ ਬੈਸਟ। ਉਹ ਬਾਰਗੇਨਿੰਗ ਕਿਹੜੀ ਸੀ ਅਤੇ ਉਹ ਕਾਹ ਤੋਂ ਬੈਸਟ ਸੀ, ਆਓ ਆਪਾਂ ਪੜ੍ਹਦੇ ਹਾਂ। ਕਮ ਐਂਡ ਹਾਇਰ ਮੀ ਆਈ ਕਰਾਈਡ ਵਾਈਲ ਇਨ ਦਾ ਮੋਰਨਿੰਗ। ਆਓ ਮੈਨੂੰ ਹਾਇਰ ਕਰੋ, ਮੈਂ ਆਪਣੇ ਆਪ ਮਤਲਬ ਸ਼ੋਰ ਦੇ ਰਿਹਾ ਸੀ, ਹੋਕਾ ਦੇ ਰਿਹਾ ਸੀ। ਇਨ ਦਾ ਮੋਰਨਿੰਗ, ਠੀਕ ਹੈ। ਆਈ ਵਾਜ਼ ਵਾਕਿੰਗ ਔਨ ਦਾ ਸਟੋਨ ਪੇਵਡ ਰੋਡ। ਮੈਂ ਸਟੋਨ ਦੀ ਬਣੀ ਹੋਈ ਰੋਡ ਦੇ ਉੱਤੇ ਮਤਲਬ ਚੱਲ ਰਿਹਾ ਸੀ, ਵੋਕ ਕਰ ਰਿਹਾ ਸੀ। ਸਵੋਰਡ ਇਨ ਹੈਂਡ ਦਾ ਕਿੰਗ ਕੇਮ ਇਨ ਹਿਸ ਚੈਰੀਅਟ। ਆਪਣੇ ਹੱਥ ਦੇ ਵਿੱਚ ਤਲਵਾਰ ਲੈ ਕੇ ਇੱਕ ਰਾਜਾ ਆਇਆ, ਕਿੰਗ ਆਇਆ ਆਪਣੇ ਰੱਥ ਦੇ ਉੱਤੇ। ਚੈਰੀਅਟ ਹੁੰਦਾ ਬੱਚੇ ਰੱਥ ਕਿੰਗ ਦਾ। ਹੀ ਹੈਲਡ ਮਾਈ ਹੈਂਡ ਐਂਡ ਸੈਡ ਆਈ ਵਿਲ ਹਾਇਰ ਯੂ ਵਿਦ ਮਾਈ ਪਾਵਰ। ਉਸਨੇ ਮੇਰਾ ਹੱਥ ਫੜਿਆ, ਮਤਲਬ ਕਿ ਪੋਇਟ ਦਾ, ਅਤੇ ਕਿਹਾ ਕਿ ਮੈਂ ਤੁਹਾਨੂੰ ਹਾਇਰ ਕਰਦਾ ਆਪਣੀ ਪਾਵਰ ਦੇ ਨਾਲ। ਠੀਕ ਹੈ, ਮਤਲਬ ਆਪਣੀ ਪਾਵਰ ਦੇ ਤੌਰ 'ਤੇ ਉਹ ਉਸ ਨੂੰ ਹਾਇਰ ਕਰਨਾ ਚਾਹੁੰਦਾ ਸੀ, ਕਿੰਗ ਜਿਹੜਾ ਸੀ। ਬਟ ਹਿਸ ਪਾਵਰ ਕਾਊਂਟਡ ਫॉर ਨੋਟ ਐਂਡ ਹੀ ਵੈਂਟ ਅਵੇ ਇਨ ਹਿਸ ਚੈਰੀਅਟ। ਅਤੇ ਉਸ ਦੀ ਪਾਵਰ ਮੇਰੇ ਲਈ ਮਤਲਬ ਕੁਛ ਵੀ ਮਾਇਨੇ ਨਹੀਂ ਰੱਖਦੀ ਸੀ। ਨੋਟ ਦਾ ਮਤਲਬ ਇੱਥੇ ਬਿਲਕੁਲ ਨਾ ਮਾਤਰ ਜਾਂ ਮਤਲਬ ਬਿਲਕੁਲ ਥੋੜ੍ਹਾ। ਠੀਕ ਹੈ, ਅਤੇ ਮੇਰੇ ਵਾਸਤੇ ਉਸ ਦੀ ਪਾਵਰ ਕੁਝ ਵੀ ਨਹੀਂ ਸੀ, ਅਤੇ ਉਹ ਆਪਣੇ ਰੱਥ ਦੇ ਵਿੱਚ ਵਾਪਸ ਚਲਾ ਗਿਆ। ਸੋ ਮਤਲਬ ਕਿ ਜਿਹੜੀ ਇਹ ਬਾਰਗੇਨਿੰਗ ਕੀਤੀ ਹੈ ਨਾ, ਉਹ ਆਪਣੇ ਪੋਇਟ ਨੂੰ ਜਿਹੜੇ ਪਸੰਦ ਨਹੀਂ ਆਈ। ਠੀਕ ਹੈ, ਇਨ ਦਾ ਹੀਟ ਆਫ ਦਾ ਮਿਡ ਡੇ ਦਾ ਹਾਊਸ ਇਜ਼ ਸਟੁੱਡ ਵਿਦ ਸ਼ਟ ਡੋਰਸ। ਇਨ ਦਾ ਹੀਟ ਆਫ ਦਾ ਮਿਡ ਡੇ ਮਤਲਬ ਕਿ ਦੁਪਹਿਰ ਦੇ ਸਮੇਂ, ਠੀਕ ਹੈ, ਜਦੋਂ ਸਾਰੇ ਘਰਾਂ ਦੇ ਦਰਵਾਜ਼ੇ ਬਿਲਕੁਲ ਬੰਦ ਸੀ। ਆਈ ਵੰਡਰਡ ਅਲੋਂਗ ਦਾ ਕਰੂਕਡ ਲੇਨ। ਕਰੂਕਡ ਮਤਲਬ ਟੇਢੀ ਮੇਢੀ ਹੈ ਨਾ, ਅਤੇ ਮੈਂ ਮਤਲਬ ਕੋਈ ਪੋਇਟ ਜਿਹੜਾ ਸੀਗਾ ਉਹ ਟੇਢੀ ਮੇਢੀ ਇੱਕ ਗਲੀ ਦੇ ਵਿੱਚੋਂ ਜਾਂ ਲੇਨ ਦੇ ਵਿੱਚੋਂ ਮਤਲਬ ਕਿ ਜਾ ਰਿਹਾ ਸੀਗਾ। ਐਨ ਓਲਡ ਮੈਨ ਕੇਮ ਆਊਟ ਵਿਦ ਹਿਸ ਬੈਗ ਆਫ ਗੋਲਡ। ਇੱਕ ਬਜ਼ੁਰਗ ਆਦਮੀ ਆਇਆ, ਆਪਣੇ ਮਤਲਬ ਹੱਥ ਦੇ ਵਿੱਚ ਉਸਦੇ ਬੈਗ ਸੀ, ਗੋਲਡ ਮਤਲਬ ਮਨੀ ਕਹਿ ਸਕਦੇ ਹਾਂ ਜਾਂ ਗੋਲਡ ਕੋਆਇਨਸ ਕਹਿ ਸਕਦੇ ਹਾਂ। ਠੀਕ ਹੈ, ਉਸ ਨੂੰ ਹਾਇਰ ਕਰਨ ਦੇ ਲਈ। ਹੀ ਪੌਂਡਡ ਐਂਡ ਸੈਡ ਆਈ ਵਿਲ ਹਾਇਰ ਯੂ ਵਿਦ ਮਾਈ ਮਨੀ। ਮਤਲਬ ਉਸਨੇ ਉਸ ਨੂੰ ਕਿਹਾ ਕਿ ਮੈਂ ਤੈਨੂੰ ਆਪਣੇ ਪੈਸੇ ਦੇ ਨਾਲ ਹਾਇਰ ਕਰਦਾ। ਹੀ ਵੇਡ ਹਿਸ ਕੋਆਇਨਸ ਵਨ ਬਾਏ ਵਨ ਬਟ ਆਈ ਟਰਨਡ ਅਵੇ।
ਉਹ ਆਪਣਾ ਮਤਲਬ ਜਿਹੜਾ ਕੋਇਨ ਸੀ, ਠੀਕ ਹੈ, ਉਹ ਇਕੱਲੇ ਕੋਇਨ ਦਾ ਵੇਟ ਕਰਨ ਲੱਗ ਗਿਆ, ਠੀਕ ਹੈ, ਉਸ ਨੂੰ ਹਾਇਰ ਕਰਨ ਦੇ ਲਈ। ਬਟ ਇਹ ਪੂਰਾ ਪ੍ਰੋਸੈਸ ਹੋਣ ਤੋਂ ਪਹਿਲਾਂ ਹੀ ਜਿਹੜਾ ਪੋਇਟ ਸੀ ਉਹ ਟਰਨਡ ਅਵੇ ਹੋ ਗਿਆ, ਮਤਲਬ ਕਿ ਉੱਥੋਂ ਚਲਾ ਗਿਆ। ਉਸ ਨੂੰ ਇਹ ਬਾਰਗੇਨਿੰਗ ਸੀ ਜਿਹੜੀ ਉਹ ਪਸੰਦ ਨਹੀਂ ਆਈ। ਇਟ ਵਾਜ਼ ਈਵਨਿੰਗ, ਦ ਗਾਰਡਨ ਹੈਜ ਵਾਜ਼ ਆਲ ਫਲਾਰ। ਹੁਣ ਸ਼ਾਮ ਦੇ ਸਮੇਂ, ਠੀਕ ਹੈ, ਉਹ ਇੱਕ ਗਾਰਡਨ ਕੋਲ ਗਿਆ ਜਿਹੜਾ ਕਿ ਫੁੱਲਾਂ ਨਾਲ ਭਰਿਆ ਸੀ। ਦ ਫੇਅਰ ਮੇਡ ਕੇਮ ਆਊਟ ਐਂਡ ਸੈਡ, ਆਈ ਵਿਲ ਹਾਇਰ ਯੂ ਵਿਦ ਦ ਸਮਾਈਲ। ਇੱਕ ਸੋਹਣੀ ਕੁੜੀ ਆਈ, ਠੀਕ ਹੈ, ਆਪਾਂ ਕਹਿ ਸਕਦੇ ਹਾਂ ਫੇਅਰ ਜਿਹਦਾ ਕਲਰ ਸੀਗਾ, ਅਤੇ ਉਸਨੇ ਕਿਹਾ ਕਿ ਮੈਂ ਤੁਹਾਨੂੰ ਆਪਣੀ ਸਮਾਈਲ ਦੇ ਨਾਲ ਹਾਇਰ ਕਰਦੀ ਹਾਂ, ਠੀਕ ਹੈ। ਪਰ ਕਹਿੰਦੇ ਕੀ ਹੋਇਆ, ਹਰ ਸਮਾਈਲ ਪੇਲਡ ਐਂਡ ਮੈਲਟਡ ਇਨਟੂ ਟੀਅਰਸ ਐਂਡ ਸ਼ੀ ਵੈਂਟ ਬੈਕ ਅਲੋਨ ਇਨਟੂ ਦਾ ਡਾਰਕ। ਮਤਲਬ ਕਿ ਥੋੜ੍ਹੇ ਸਮੇਂ ਬਾਅਦ ਉਸ ਦੀ ਜਿਹੜੀ ਸਮਾਈਲ ਸੀ ਉਹ ਫਿੱਕੀ ਪੈ ਗਈ ਅਤੇ ਉਸ ਦੇ ਟੀਅਰਸ ਆਉਣੇ ਸ਼ੁਰੂ ਹੋ ਗਏ ਅੱਖਾਂ ਦੇ ਵਿੱਚ, ਅਤੇ ਫਿਰ ਉਹ ਵਾਪਸ ਚਲੀ ਗਈ ਕਿਤੇ ਦੂਰ, ਕਿਤੇ ਹਨੇਰੇ ਦੇ ਵਿੱਚ। ਇਸ ਤੋਂ ਬਾਅਦ ਨੈਕਸਟ ਪੜ੍ਹਦੇ ਹਾਂ, ਦ ਸਨ ਗਲਿਸਨਡ ਔਨ ਦ ਸੈਂਡ ਐਂਡ ਦ ਸੀ ਵੇਵਸ ਬ੍ਰੋਕ ਵੇਵਾਰਡਲੀ। ਮਤਲਬ ਕਿ ਜਦੋਂ ਧੁੱਪ ਚਮਕ ਰਿਹਾ ਸੀਗਾ, ਸੈਂਡ ਦੇ ਉੱਤੇ ਪੈ ਰਹੀ ਸੀ, ਠੀਕ ਹੈ, ਸਨਸ਼ਾਈਨ, ਠੀਕ ਹੈ, ਉਸ ਸਮੇਂ ਪੋਇਟ ਕਿਤੇ ਗਿਆ, ਕਿੱਥੇ ਗਿਆ, ਇਹ ਚਾਈਲਡ ਸੈਟ ਪਲੇਇੰਗ ਵਿਦ ਦਾ ਸ਼ੈਲਸ। ਜਿਹੜਾ ਆਪਣਾ ਸਮੁੰਦਰ ਦਾ ਤੱਟ ਹੁੰਦਾ ਸੀ ਸ਼ੋਰ, ਉੱਥੇ ਮਤਲਬ ਇੱਕ ਚਾਈਲਡ ਪਲੇਅ ਕਰ ਰਿਹਾ। ਸ਼ੈਲਸ ਮਤਲਬ ਜਿਹੜੀਆਂ ਸਿੱਪੀਆਂ ਟਾਈਪ ਹੈ ਨਾ ਉੱਥੇ ਹੁੰਦੀਆਂ ਨੇ, ਉੱਥੋਂ ਇੱਕ ਸ਼ੈਲ ਚੱਕ ਕੇ ਇੱਕ ਜਿਹੜਾ ਬੱਚਾ ਸੀ ਉਹ ਪਲੇਅ ਕਰ ਰਿਹਾ ਸੀ ਸ਼ੈਲ ਦੇ ਨਾਲ। ਹੀ ਰੇਜ਼ਡ ਹਿਸ ਹੈਡ ਐਂਡ ਸੀਮਡ ਟੂ ਨੋ ਮੀ ਐਂਡ ਸੈਡ। ਉਸ ਨੇ ਆਪਣਾ ਸਿਰ ਚੱਕ ਕੇ ਪੋਇਟ ਵੱਲ ਦੇਖਿਆ ਅਤੇ ਇੱਦਾਂ ਲੱਗਿਆ ਜਿਵੇਂ ਉਹ ਬੱਚਾ ਪੋਇਟ ਨੂੰ ਪਹਿਲਾਂ ਜਾਣਦਾ ਹੋਵੇ। ਅਤੇ ਉਸ ਬੱਚੇ ਨੇ ਕੀ ਕਿਹਾ, ਆਈ ਹਾਇਰ ਯੂ ਵਿਦ ਨਥਿੰਗ। ਮੈਂ ਤੁਹਾਨੂੰ ਹਾਇਰ ਕਰਦਾ ਪਰ ਕਿਸੇ ਵੀ ਚੀਜ਼ ਨਾਲ ਨਹੀਂ, ਠੀਕ ਹੈ। ਫਰੋਮ ਹੈਂਸ ਫਾਰਵਰਡ ਦੈਟ ਬਾਰਗੇਨ ਸਟਕ ਇਨ ਦਾ ਚਾਈਲਡਸ ਪਲੇ ਮੇਡ ਮੀ ਅ ਫਰੀ ਮੈਨ। ਮਤਲਬ ਕਿ ਹਾਇਰ ਤਾਂ ਮੈਂ ਹੋ ਗਿਆ ਬਟ ਕਿਸੇ ਚੀਜ਼ ਨਾਲ ਨਹੀਂ ਹਾਇਰ ਹੋਇਆ, ਠੀਕ ਹੈ। ਮੈਂ ਇੱਦਾਂ ਹੀ ਮਤਲਬ ਇਹ ਜਿਹੜੀ ਬਾਰਗੇਨਿੰਗ ਦਾ ਤਰੀਕਾ ਸੀ ਉਸ ਬੱਚੇ ਦਾ, ਉਸ ਨੇ ਮੈਨੂੰ ਇੱਕ ਆਜ਼ਾਦ ਆਦਮੀ ਬਣਾ ਦਿੱਤਾ। ਮੈਂ ਮਤਲਬ ਹਾਇਰ ਤਾਂ ਹੋ ਰਿਹਾ ਬਟ ਕਿਸੇ ਚੀਜ਼ ਨਾਲ ਬੌਂਡ ਨਹੀਂ ਹੈਗਾ, ਠੀਕ ਹੈ। ਸੋ ਮਤਲਬ ਕਿ ਆਪਣੇ ਆਪ ਨੂੰ ਆਜ਼ਾਦ ਮਹਿਸੂਸ ਕਰ ਰਿਹਾ ਸੀ ਮੈਂ ਉਸ ਸਮੇਂ। ਇਹ ਸੀਗੀ ਆਪਣੀ ਮਤਲਬ ਆਪਣਾ ਜਿਹੜਾ ਚੈਪਟਰ ਸੀ ਜਾਂ ਲੈਸਨ ਸੀ ਲਾ ਲਓ, ਠੀਕ ਹੈ, ਛੋਟਾ ਜਿਹਾ। ਇਹ ਆਪਣਾ ਕੰਪਲੀਟ ਹੋ ਗਿਆ ਬੱਚੇ। ਇਸ ਤੋਂ ਬਾਅਦ ਆਪਾਂ ਨੇ ਕੁਐਸਚਨ ਆਨਸਰ ਦੇਖ ਲਓ। ਹੂ ਇਜ਼ ਦ ਸਪੀਕਰ ਇਨ ਦਾ ਪੋਇਮ ਦ ਕਿੰਗ ਸਵੋਰਡ ਇਨ ਹਿਸ ਹੈਂਡਸ ਜਸਟ ਵੈਲਥ ਪਾਰ, ਠੀਕ ਹੈ। ਦ ਓਲਡ ਮੈਨ ਫਾਈਂਡ ਇਨ ਦਾ ਪੋਇਮ ਲਾਈਨਸ ਮੈਚ ਦ ਫੋਲੋਇੰਗ। ਹਾਊ ਡਿਡ ਆਪਾਂ ਨੇ ਜਿਹੜਾ ਨੋਟਬੁੱਕ 'ਤੇ ਕਰਨੇ ਨੇ ਹੈ ਨਾ, ਮੈਂ ਤੁਹਾਨੂੰ ਦੱਸ ਦਿੰਦਾ ਗਾ। ਫਸਟ ਕਰਨਾ ਗਾ, ਸੈਕਿੰਡ ਵੀ ਕਰਨਾ ਗਾ, ਥਰਡ ਵੀ ਕਰ ਲਿਓ, ਫੋਰਥ ਵੀ ਕਰ ਲਿਓ, ਫੋਰਥ ਰਹਿਣ ਦਿਓ, ਫਿਫਥ ਵਾਲਾ ਕੰਪਲੀਟ ਕਰ ਲਿਓ, ਠੀਕ ਹੈ ਬੱਚੇ। ਮਤਲਬ ਕਿ ਸਿਰਫ 4 ਕੁਐਸਚਨਸ ਤੁਸੀਂ ਆਪਣੀ ਨੋਟਬੁੱਕ ਦੇ ਉੱਤੇ ਕੰਪਲੀਟ ਕਰ ਲਿਓ, ਠੀਕ ਹੈ ਬੱਚੇ। ਸੋ ਇਹ ਸੀਗਾ ਆਪਣਾ ਚੈਪਟਰ। ਥੈਂਕ ਯੂ ਵੈਰੀ ਮੱਚ। ਸਾਰਿਆਂ ਨੇ ਵਧੀਆ ਤਰੀਕੇ ਨਾਲ, ਜਿਹਨੂੰ ਸਮਝ ਲੱਗਿਆ, ਠੀਕ ਹੈ, ਵਧੀਆ ਸਮਝ ਆਇਆ, ਜਿਹਨੂੰ ਵਧੀਆ ਲੱਗਿਆ ਵੀਡੀਓ, ਠੀਕ ਹੈ, ਉਹ ਸ਼ੇਅਰ ਵੀ ਕਰ ਦਿਓ, ਲਾਈਕ ਵੀ ਕਰ ਦਿਓ, ਠੀਕ ਹੈ, ਅਤੇ ਸਬਸਕ੍ਰਾਈਬ ਕਰ ਲਓ। ਜੇ ਕੋਈ ਪ੍ਰੋਬਲਮ ਲੱਗੀ, ਠੀਕ ਹੈ, ਤੁਹਾਨੂੰ ਕੋਈ ਵੀ ਚੀਜ਼ ਨਾ ਸਮਝ ਆਈ ਹੋਵੇ ਤਾਂ ਕੌਮੈਂਟ ਕਰਕੇ ਦੱਸ ਸਕਦੇ ਹੋ, ਠੀਕ ਹੈ। ਅਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨੂੰ। ਸਾਰਾ ਵਰਕ ਤੁਹਾਡਾ ਇੱਥੇ ਹੀ ਅਪਲੋਡ ਹੋਊਗਾ। ਥੈਂਕ ਯੂ ਬੱਚੇ।